ਔਰਤਾਂ ਵਿਆਹ ਤੋਂ ਬਾਅਦ ਵੀ ਜੇ ਮਰਦ ਨਹੀਂ ਉੱਥੇ ਮੌਜੂਦ ਨਹੀਂ, ਉਹਦੀ ਗੈਰ ਮੌਜੂਦਗੀ ਵਿੱਚ ਜਾਂ ਉਹਦੀ ਮੌਜੂਦਗੀ ਦੇ ਵਿੱਚ ਹੀ ਚੈਲੰਜ ਸਿੱਧਾ ਪਰਿਵਾਰ ਨੂੰ ਵੀ ਕਰ ਦਿੱਤਾ ਜਾਂਦਾ ਕਿ ਮੈਂ ਤਾਂ ਇਸ ਤਰ੍ਹਾਂ ਹੀ ਚੱਲਣਾ, ਫਿਰ ਉੱਥੇ ਕੌਣ ਜ਼ਿੰਮੇਵਾਰ ਹੈ? ਮੇਰਾ ਭਰਾ 4 ਕੁੜੀਆਂ ਨਾਲ ਸੰਬੰਧ ਰੱਖ ਰਿਹਾ, ਉਹਨੂੰ ਕੋਈ ਰੋਕ ਟੋਕ ਨਹੀਂ, ਰਾਤ ਵੀ ਲੇਟ ਆ ਰਿਹਾ ਹੈ। ਸਮਝਣਾ ਲੜਕੀਆਂ ਨੂੰ ਵੀ ਚਾਹੀਦਾ ਹੈ, ਭਾਵੇਂ ਹੁਣ ਲੜਕੇ ਸਮਝ ਰਹੇ ਨੇ, ਸਾਰੇ ਸਮਝਦੇ ਨੇ ਕਿ ਇੱਕ ਸੁਰਤਾ ਜਿਹੜੀ ਹੈ ਉਹ ਇਕਜੁੱਟਤਾ, ਬਰਾਬਰਤਾ ਜਿਹੜਾ ਉਹ ਅਧਿਕਾਰ ਉਹ ਹੋਣੇ ਚਾਹੀਦੇ ਨੇ, ਪਰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਹੈ ਕਿ ਆਜ਼ਾਦੀ ਨੂੰ ਜਿਹੜਾ ਉਹ ਗਲਤ ਵੀ ਵਰਤਿਆ ਜਾਂਦਾ। ਸੱਸ ਢਾਣੀ ਹੈ ਜਾਂ ਮੈਂ ਨਨਾਣ ਢਾਣੀ ਹੈ ਜਾਂ ਮੈਂ ਇਸ ਪਾਸੇ, ਤਾਂ ਕਈ ਵਾਰੀ ਇਦਾਂ ਹੁੰਦਾ ਨਾ ਕਿ ਜਿਹੜੀ ਸਮਝ ਆ ਉਹ ਨਹੀਂ ਰਲਦੀ, ਔਰਤਾਂ ਦੀ ਸਮਝ ਨਹੀਂ ਰਲਦੀ, ਜਿਹੜੇ ਬੰਦੇ ਨੇ ਉਹ ਥੋੜਾ ਜਿਹਾ ਮਤਲਬ ਕਿ ਐਡਜਸਟਮੈਂਟ ਕਰ ਲੈਂਦੇ ਨੇ। ਟੋਟਲ 100% ਰਿਸਟ੍ਰਿਕਸ਼ਨ ਸਿਰਫ ਜਦੋਂ ਇੱਕ ਉਸੇ ਜਿਨਸ ਵਾਲੇ ਨੂੰ ਹੋਏਗੀ ਤਾਂ ਨੈਚੁਰਲੀ ਉਹਨੇ ਕਿਸੇ ਥਾਂ ਤੇ ਨਿਕਲ ਕੇ ਆਪਣੇ ਉਹ ਸੰਗਲ ਤੋੜਨੇ ਨੇ। ਤੁਸੀਂ ਇਸ ਫੀਲਡ ਵਿੱਚ ਕਿੱਥੇ ਤੱਕ ਤੁਹਾਡਾ ਨਾਮ ਹੈ ਦੇਸ਼ ਦੁਨੀਆ ਭਰ ਦੇ ਵਿੱਚ, ਤੁਸੀਂ ਆਪਣੀ ਪੜ੍ਹਾਈ ਦੇ ਜ਼ਰੀਏ, ਆਪਣੀ ਹਿੰਮਤ ਦੇ ਜ਼ਰੀਏ, ਆਪਣੇ ਹੌਸਲੇ ਜ਼ਰੀਏ ਇੱਥੇ ਤੱਕ ਨਾਮ ਬਣਾਇਆ, ਤੁਹਾਨੂੰ ਵੀ ਬਹੁਤ ਕ੍ਰਿਟਿਸਾਈਜ਼ ਕੀਤਾ ਗਿਆ ਤੁਹਾਡੇ ਸਮੇਂ ਦੇ ਵਿੱਚ। ਜੇ ਕਿਸੇ ਔਰਤ ਦਾ ਰੇਪ ਹੁੰਦਾ ਤਾਂ ਕਿੰਨੇ ਕੁ ਫੀਸਦ ਨੇ ਜਿਹੜੇ ਔਰਤ ਨੂੰ ਕਸੂਰਵਾਰ ਠਹਿਰਾਉਂਦੇ ਨੇ ਕਿ ਉਸ ਬੱਚੀ ਨੇ ਜੇ ਉਹਨੂੰ ਲੱਗਿਆ ਕਿ ਮੇਰੀ ਆਜ਼ਾਦੀ ਇੱਕ ਜਿਸਮਾਨੀ ਸੰਬੰਧ ਬਣਾਉਣੇ ਨੇ ਜਾਂ ਚੁੰਨੀ ਲਾ ਕੇ ਮੈਂ ਨੰਗੇ ਸਿਰ ਹੋ ਗਈ ਜਾਂ ਮੈਂ ਆਪਣੇ ਪਹਿਰਾਵੇ 'ਚ ਜਿਸਮ ਦਿਖਾਉਣਾ ਸ਼ੁਰੂ ਕੀਤਾ ਜਾਂ ਆਪਣੀਆਂ ਅਦਾਵਾਂ ਨਾਲ ਰਿਝਾਉਣਾ ਸ਼ੁਰੂ ਕੀਤਾ ਤਾਂ ਨੈਚੁਰਲ ਗੱਲ ਹੈ ਕਿ ਮੇਰਾ ਹਸਬੈਂਡ ਵੀ ਆਏਗਾ। ਜੇ ਮੈਂ ਨੌਕਰੀ ਕਰਕੇ ਆਈ ਹਾਂ ਤਾਂ ਫਿਰ ਮੈਂ ਵੀ ਥੱਕੀ ਹੋਈ ਹਾਂ, ਭਾਈ ਅੱਜ ਤਾਂ ਚਾਹ ਤੂੰ ਬਣਾ ਕੇ ਦੇਂਗਾ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰੰਗ ਚੈਨਲ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਅੱਜ ਜਦੋਂ ਅਸੀਂ ਆਧੁਨਿਕ ਯੁੱਗ ਦੀ ਗੱਲ ਕਰਦੇ ਹਾਂ ਕਿ ਸਭ ਪਾਸੇ ਆਜ਼ਾਦੀ ਦੀ ਗੱਲ ਹੁੰਦੀ ਹੈ, ਬੋਲਣ ਦੀ ਆਜ਼ਾਦੀ, ਘੁੰਮਣ ਫਿਰਨ ਦੀ ਆਜ਼ਾਦੀ, ਵਿਚਾਰਾਂ ਦੀ ਆਜ਼ਾਦੀ, ਪਰਿਵਾਰ ਦੇ ਵਿੱਚ ਰਹਿਣ ਦੇ ਦੌਰਾਨ ਜਦੋਂ ਲੜਕੀਆਂ ਦੀ ਗੱਲ ਆਉਂਦੀ ਹੈ, ਔਰਤਾਂ ਦੀ ਗੱਲ ਆਉਂਦੀ ਹੈ, ਜਦੋਂ ਅਸੀਂ ਆਪਣੀਆਂ ਧੀਆਂ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਆਜ਼ਾਦੀ ਦੇ ਮਾਇਨੇ ਜਿਹੜੇ ਨੇ ਉਹ ਪਰਿਵਾਰਾਂ ਦੇ ਵਿੱਚ ਬਦਲਦੇ ਨਜ਼ਰ ਆਉਂਦੇ ਨੇ, ਕਿਉਂਕਿ ਜਦੋਂ ਲੜਕੀਆਂ ਵਿਆਹ ਤੋਂ ਪਹਿਲਾਂ ਆਪਣੇ ਪੇਕੇ ਪਰਿਵਾਰ ਵਿੱਚ ਕਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਸਹਿਣ ਹੁੰਦਾ, ਉਹਨਾਂ ਦਾ ਪਰਿਵਾਰ ਆਜ਼ਾਦੀ ਨੂੰ ਕਿਸ ਤਰ੍ਹਾਂ ਸੋਚਦਾ, ਜਾਂ ਉਸ ਤੋਂ ਬਾਅਦ ਜਦੋਂ ਵਿਆਹੀਆਂ ਜਾਂਦੀਆਂ ਨੇ ਸਹੁਰੇ ਪਰਿਵਾਰ ਵਿੱਚ ਜਾਂਦੀਆਂ ਨੇ ਤਾਂ ਕਈ ਤਰ੍ਹਾਂ ਦੇ ਵਿਵਾਦ ਵੀ ਖੜੇ ਹੋ ਜਾਂਦੇ ਨੇ। ਜਦੋਂ ਪੜ੍ਹਾਈ ਦੇ ਦੌਰਾਨ ਉਹ ਆਪਣੀ ਆਜ਼ਾਦੀ ਦੀ ਗੱਲ ਕਰਦੀਆਂ ਨੇ ਤਾਂ ਕਿਤੇ ਨਾ ਕਿਤੇ ਸਵਾਲ ਇਹ ਉੱਠਦੇ ਨੇ ਕਿ ਆਖਿਰਕਾਰ ਆਜ਼ਾਦੀ ਦੇ ਮਾਇਨੇ ਕੀ ਨੇ, ਉਸ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ। ਕਈ ਤਰ੍ਹਾਂ ਦੇ ਜਦੋਂ ਇਹ ਵਿਵਾਦ ਖੜੇ ਹੁੰਦੇ ਨੇ ਤਾਂ ਇਹਨਾਂ ਸਭ ਦੇ ਵਿੱਚ ਅਸੀਂ ਹੱਲ ਦੀ ਵੀ ਗੱਲ ਕਰਦੇ ਹਾਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਸਮਝਾਇਆ ਵੀ ਜਾ ਸਕਦਾ। ਬਹੁਤ ਅਜਿਹੀਆਂ ਗੱਲਾਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਗੱਲਬਾਤ ਕਰਨ ਲਈ ਇੰਟਰਨੈਸ਼ਨਲ ਵੂਮਨ ਐਕਟਿਵਿਸਟ ਜਿਹੜੇ ਔਰਤਾਂ ਦੇ ਮੁੱਦਿਆਂ ਦੇ ਉੱਤੇ ਇੰਟਰਨੈਸ਼ਨਲ ਲੈਵਲ ਤੇ ਗੱਲਬਾਤ ਕਰਦੇ ਨੇ, ਡਾਕਟਰ ਹਰਸ਼ਿੰਦਰ ਕੌਰ ਦਾ ਨਾਮ ਸਾਡੇ ਸਾਹਮਣੇ ਆਉਂਦਾ। ਅਸੀਂ ਡਾਕਟਰ ਹਰਸ਼ਿੰਦਰ ਕੌਰ ਦੇ ਕੋਲ ਮੌਜੂਦ ਹਾਂ। ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਇਸ ਮਸਲੇ ਦੇ ਵਿੱਚ ਉਹਨਾਂ ਦੀ ਸੋਚ ਕੀ ਕਹਿੰਦੀ ਹੈ ਕਿ ਆਧੁਨਿਕ ਯੁੱਗ ਦੇ ਵਿੱਚ ਜਦੋਂ 2 ਕਰੋੜ ਤੋਂ ਵੱਧ ਲੜਕੀਆਂ ਜਿਹੜੀਆਂ ਨੇ ਉਹ ਆਧੁਨਿਕ ਗੁਲਾਮੀ ਦਾ ਸ਼ਿਕਾਰ ਹੁੰਦੀਆਂ ਨੇ। ਮੈਮ ਤੁਹਾਡਾ ਸਵਾਗਤ ਹੈ ਲੋਕਰੰਗ ਤੇ। ਮੈਮ ਜਿਵੇਂ ਮੈਂ ਸਵਾਲ ਕੀਤਾ ਕਿ ਆਧੁਨਿਕ ਗੁਲਾਮੀ ਕਿਸ ਤਰ੍ਹਾਂ ਦੇਖਦੇ ਹੋ, ਆਧੁਨਿਕ ਗੁਲਾਮੀ ਹੁੰਦੀ ਕੀ ਹੈ? ਦੇਖੋ, ਮੈਂ ਸ਼ੁਰੂ ਕਰਨਾ ਚਾਹਾਂਗੀ ਬਹੁਤ ਸਦੀਆਂ ਪਹਿਲਾਂ ਤੋਂ, ਜਿੱਥੇ ਜਦੋਂ ਦੁਨੀਆ ਬਣਾਉਣ ਵਾਲੇ ਰੱਬ ਨੂੰ ਕਿਸੇ ਮਰਦ ਨੇ ਮਰਦ ਕਰਾਰ ਕਰ ਦਿੱਤਾ, ਯਾਨੀ ਰੱਬ ਇੱਕ ਮੇਲ ਹੈ, ਆਈਡੈਂਟੀਟੀ ਉਹਨੂੰ ਮੇਲ ਦਿੱਤੀ ਗਈ। ਦਾ ਮਤਲਬ ਹੈ ਇੱਕ ਖਾਕਾ ਉਸੇ ਸਮੇਂ ਤਿਆਰ ਹੋ ਗਿਆ ਸੀ ਕਿ ਔਰਤ ਇੱਕ ਪਦਵੀ ਹੇਠਾਂ ਹੈ, ਉਹਦੀ ਗੁਲਾਮ ਹੈ। ਸਪਸ਼ਟ ਹੈ ਕਿ ਬਣਾਉਣ ਵਾਲਾ ਵੀ ਕੋਈ ਬੰਦਾ ਹੀ ਸੀ ਕਿ ਰੱਬ ਹੈ ਆਖਰ ਕੌਣ। ਤੇ ਜਦੋਂ ਉਹ ਖਾਕਾ ਕੜਿਆ ਗਿਆ, ਕਿਉਂਕਿ ਉਹ ਪਹਿਲੀ ਸਟੇਜ ਹੀ ਇਹ ਸੀ ਕਿ ਜੇ ਰੱਬ ਮਰਦ ਹੈ ਤਾਂ ਇਹਦਾ ਮਤਲਬ ਹੈ ਕਿ ਔਰਤ ਉਹਦੀ ਗੁਲਾਮ ਆਪਣੇ ਆਪ ਬਣ ਗਈ। ਹੁਣ ਉਹ ਖਾਕੇ ਕੀ ਕੜੇ ਗਏ? ਖਾਕੇ ਕੜੇ ਗਏ ਸੀ ਕਿ ਭਈ ਇਸ ਤਰੀਕੇ ਤੂੰ ਆਪਣੇ ਘਰ ਵਾਲੇ ਦੀ ਸੇਵਾ ਕਰਨੀ ਹੈ, ਇਸ ਤਰੀਕੇ ਤੂੰ ਪਰਫੈਕਸ਼ਨ ਜਿਹੜੀ ਤੇਰੀ ਉਹ ਖਾਕਾ ਬਣਾਇਆ ਗਿਆ ਔਰਤ ਲਈ, ਉਹ ਬਣਾਉਣ ਵਾਲਾ ਵੀ ਮਰਦ ਸੀ ਕਿ ਮੈਨੂੰ ਇਸ ਤਰੀਕੇ ਦੀ ਤੇਰੀ ਮੁਸਕਾਨ ਚਾਹੀਦੀ ਹੈ, ਇਸ ਤਰੀਕੇ ਦਾ ਸਿਰ ਝੁਕਿਆ ਚਾਹੀਦਾ ਹੈ, ਇਸ ਤਰੀਕੇ ਦੀ ਸਿਰ ਦੀ ਚੁੰਨੀ ਚਾਹੀਦੀ ਹੈ, ਇਸ ਤਰੀਕੇ ਤੂੰ ਬੈਠਣਾ ਤਾਂ ਹੀ ਪ੍ਰਵਾਨ ਹੋਏਗੀ। ਇੱਕ ਪਰਫੈਕਸ਼ਨ ਦਾ ਖਾਕਾ ਜੋ ਦਿੱਤਾ ਗਿਆ, ਜੋ ਸਦੀਆਂ ਤੋਂ ਚੱਲਦਾ ਆਇਆ ਕਿ ਪਰਫੈਕਸ਼ਨ ਮੀਨਸ ਤੂੰ ਰਸੋਈ ਘਰ ਵਿੱਚ ਖਾਣਾ ਬਣਾਉਣਾ ਹੈ, ਖਾਣਾ ਇਸ ਤਰੀਕੇ ਦਾ ਬਣਾਉਣਾ ਹੈ ਕਿ ਤੇਰੇ ਮਰਦ ਨੂੰ ਪਸੰਦ ਆਉਣਾ ਚਾਹੀਦਾ। ਮਰਦ ਥੱਕਿਆ ਟੁੱਟਿਆ ਘਰ ਆਏਗਾ ਤੇ ਤੇਰੀ ਕਿੰਨੀ ਵੀ ਤਕਲੀਫ ਹੋਵੇ, ਯਾਨੀ ਤੂੰ ਸਿਰ ਫਟ ਰਿਹਾ ਹੋਵੇ, ਸਾਰੇ ਦਿਨ ਦੀ ਥੱਕੀ ਹੋਵੇ, ਪਰ ਤੇਰੀ ਪ੍ਰੈਜੈਂਟੇਸ਼ਨ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਤੂੰ ਮੁਸਕਰਾ ਕੇ ਮਿਲਣਾ, ਉਹਨੂੰ ਚਾਹ ਆਫਰ ਕਰਨੀ ਹੈ, ਪ੍ਰੈਸ ਕੀਤੇ ਕੱਪੜੇ ਦੇਣੇ, ਗਰਮ ਪਾਣੀ ਨਹਾਉਣ ਲਈ ਦੇਣਾ। ਯਾਨੀ ਇੱਕ ਖਾਕਾ ਜੋ ਤਿਆਰ ਕੀਤਾ ਗਿਆ ਪਰਫੈਕਸ਼ਨ ਦਾ, ਉਹਨੂੰ ਇੱਕ ਬਾਂਦੀ ਦਾ ਰੂਪ ਦੇ ਦਿੱਤਾ ਗਿਆ। ਇਹ ਸਪਸ਼ਟ ਕੀਤਾ ਗਿਆ ਕਿ ਤੇਰਾ ਕੰਮ ਰਸੋਈ ਦੇ ਅੰਦਰ ਹੈ।
ਇਹ ਸਦੀਆਂ ਤੋਂ ਕਿ ਤੂੰ ਕੱਪੜੇ ਵੀ ਧੋਣੇ ਨੇ ਮਰਦ ਲਈ, ਇਹ ਬੱਚਾ ਵੀ ਜੰਮਣਾ ਤਾਂ ਮੁੰਡਾ ਜੰਮਣਾ ਤਾਂ ਸਮਾਜ ਤੈਨੂੰ ਸ਼ਾਬਾਸ਼ੀ ਦੇ ਸਕਦਾ, ਵਰਨਾ ਤੇਰੀ ਆਪਣੀ ਹੋਂਦ ਹੀ ਨਹੀਂ ਹੈ। your existence is only so that you can give birth to a child and that also a male child। ਇਹ ਬੜੀ ਕਲੀਅਰ ਸਦੀਆਂ ਤੋਂ ਤੁਰਦੀ ਆਉਂਦੀ ਗੱਲ ਜੇ, ਜਿਹਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਜੇ ਇੰਨੀ ਕੁ ਔਰਤ ਬੇਲੋੜੀ ਹੈ ਕਿ ਜੇ ਕਿਤੇ ਦੇਵਤਾ ਜੋ ਕਿ ਬਾਲ ਹੈਮਨ ਨੂੰ ਨਹਾਉਂਦੇ ਸਨ, ਉਦੋਂ ਵੀ ਸਾਲ ਵਿੱਚ ਇੱਕ ਵਾਰ ਇੱਕ ਨਵ ਜੰਮੀਆਂ ਬੱਚੀਆਂ ਦੇ ਦਿਲਾਂ ਨੂੰ ਕੱਢ ਕੇ ਉਹ ਨਿਚੋੜ ਕੇ ਲਹੂ ਉਹਦੇ ਨਾਲ ਧੋਤਾ ਜਾਂਦਾ ਸੀ। ਯਾਨੀ ਟੂ ਦਿਸ ਐਕਸਟੈਂਟ ਔਰਤ ਨੂੰ ਨੀਵਾਂਪਣ ਦਿਖਾਇਆ ਗਿਆ ਕਿ ਜੇ ਪਤੀ ਮਰ ਜਾਏ ਤਾਂ ਸਦਰਾਂ ਘੁੱਟ ਲੈ, ਤੇਰੇ ਲਈ ਨਰਕ ਹੈ ਇੱਥੇ। ਯਾਨੀ ਤੂੰ ਇਸ ਹਾਲ ਵਿੱਚ ਜੋ ਕਿ ਸਨ 2020 ਤੱਕ ਵੀ ਜੋ ਤੁਰਿਆ ਆਉਂਦਾ, ਵਰਿੰਦਾਵਨ ਦੇ ਕੁਝ ਸਾਡੇ ਕੋਲ ਸਾਹਮਣੇ ਨੇ ਜੋ ਕਿ ਅਖਬਾਰਾਂ 'ਚ ਵੀ ਛਪ ਚੁੱਕੀਆਂ ਕਿ ਮਰਨ ਬਾਅਦ ਵੀ ਲੱਕੜਾਂ ਤੱਕ ਨਸੀਬ ਨਹੀਂ ਹੁੰਦੀਆਂ, ਇਸ ਕਦਰ ਯਾਨੀ ਉਹਨਾਂ ਨੂੰ ਨੀਵਾਂਪਣ ਦਾ ਦਰਜਾ ਦੇ ਦਿੱਤਾ ਗਿਆ। ਮਤਲਬ ਕਿ ਦਬ ਘੁੱਟ ਕੇ ਲਗਾਤਾਰ ਪਿਛਲੇ ਕਈ ਸਦੀਆਂ ਤੋਂ ਰੱਖੇਗਾ। ਪਰ ਹੁਣ ਤਾਂ ਮੈਡਮ ਆਧੁਨਿਕ ਯੁੱਗ ਆ ਗਿਆ ਨਾ ਜੀ। ਆਧੁਨਿਕ ਕਿਹਨਾਂ ਲਈ ਆਇਆ, ਮੈਂ ਇਹੀ ਦੱਸਣਾ ਚਾਹੁੰਦੀ ਹਾਂ ਕਿ ਉਹ ਸਦੀਆਂ ਤੋਂ ਤੁਰਿਆ ਆਂਦਾ ਖਾਕਾ ਇੱਕ ਔਰਤ ਵੀ, ਕਿਉਂਕਿ ਉਹ ਉਸੇ ਤਰ੍ਹਾਂ ਮਲੀਨ ਬਣਾ ਕੇ ਰੱਖ ਦਿੱਤੀ ਗਈ ਕਿ ਉਹ ਔਰਤ ਆਪਣੀ ਜਿਨਸ ਨੂੰ ਉਹੀ ਚੀਜ਼ ਦੁਹਰਾਉਂਦੀ ਹੈ। ਭਾਈ ਤੂੰ ਸ਼ਾਮ ਨੂੰ ਬਾਹਰ ਨਹੀਂ ਨਿਕਲਣਾ, ਕਿਉਂਕਿ ਇਹ ਸਮਾਜ ਕਿਸ ਨੇ ਕੜਿਆ ਹੈ? ਸਮਾਜ ਕਹਿੰਦਾ ਜੇ ਕਿ ਤੇਰੇ ਲਈ ਖਤਰਾ ਹੈ, ਤੂੰ ਘਰ ਰਹਿਣਾ। ਸੋ ਇਹ ਸਦੀਆਂ ਉਹੀ, ਉਹ ਅੱਗੋਂ ਬੱਚੀ ਨੇ ਅੱਗੋਂ ਫਿਰ ਸਮਝਾਣਾ, ਉਹਦੀ ਸੱਸ ਨੇ ਵੀ ਇਹੀ ਸਮਝਾਣਾ, ਯਾਨੀ ਉਹਨੂੰ ਅੱਗੋਂ ਆਪਣੀ ਜਿਨਸ ਨੂੰ ਵੀ ਇਹੀ ਸਮਝਾਈ ਤੁਰੀ ਜਾਣੀ ਹੈ ਕਿ ਤੁਸੀਂ ਅੰਡਰ ਪ੍ਰੋਟੈਕਸ਼ਨ ਰਹਿਣਾ, ਕਿਉਂਕਿ ਤੁਸੀਂ ਅਜਿਹੀ ਚੀਜ਼ ਹੋ, ਅਜਿਹੀ ਸ਼ੈ ਹੋ ਜਿਹਨੂੰ ਹਵਸ ਦਾ ਸ਼ਿਕਾਰ ਹੋਣ ਲਈ ਵੀ ਬਣਾਇਆ ਗਿਆ ਹੈ ਤੇ ਉਹਦੇ ਲਈ ਕਸੂਰਵਾਰ ਵੀ ਤੈਨੂੰ ਹੀ ਠਹਿਰਾਇਆ ਜਾਣਾ। ਉਹਦੇ ਲਈ ਇਸ ਕਦਰ ਦੀ ਤੂੰ ਚੁੰਨੀ ਸਿਰ ਤੇ ਰੱਖਣੀ ਹੈ, ਇਸ ਕਦਰ ਦੇ ਤੇਰੇ ਬੁੱਲਾਂ ਦਾ ਸਾਈਜ਼ ਹੋਣਾ ਚਾਹੀਦਾ, ਇਸ ਕਦਰ ਤੇਰੇ ਸਰੀਰ ਦਾ ਨਾਪ ਹੋਣਾ ਚਾਹੀਦਾ। ਕਿਸ ਵਾਸਤੇ? ਕਿਉਂਕਿ ਤੈਨੂੰ ਪਸੰਦ ਉਸ ਮਰਦ ਪ੍ਰਧਾਨ ਸਮਾਜ ਨੂੰ ਆਉਣਾ ਚਾਹੀਦਾ। ਖੂਬਸੂਰਤੀ ਦਾ ਖਾਕਾ ਵੀ ਔਰਤ ਲਈ ਇੱਕ ਮਰਦ ਵੱਲੋਂ ਤੈਅ ਕੀਤਾ ਜਾਂਦਾ ਹੈ। ਖਿਮਾ ਕਰਿਓ ਭਰਾ, ਤੁਸੀਂ ਮੇਰੇ ਸਾਹਮਣੇ ਬੈਠੇ ਹੋਏ, ਮੈਂ ਸਮੂਹ ਮਰਦ ਜ਼ਾਤੀ ਤੇ ਇਹ ਇਲਜ਼ਾਮ ਨਹੀਂ ਲਾ ਰਹੀ, ਮੈਂ ਹਕੀਕਤ ਬਿਆਨ ਕਰ ਰਹੀ ਹਾਂ ਕਿ ਜੋ ਵੱਡੀ ਪੱਧਰ ਤੇ ਇਹ ਖਾਕੇ ਤਿਆਰ ਹੋਣ ਦਾ ਅਸਰ ਹੋਇਆ ਕਿ ਅੱਜ ਦੇ ਦਿਨ ਜਿੱਥੇ ਮਾਂ ਇਹ ਕਹਿ ਕੇ ਤੋਰਦੀ ਹੈ ਕਿ ਤੇਰਾ ਉੱਥੋਂ ਲਾਸ਼ ਹੀ ਨਿਕਲਣੀ ਚਾਹੀਦੀ ਹੈ, ਤੂੰ ਇਸ ਤਰੀਕੇ ਦੀ ਅਧੀਨਗੀ ਦੇ ਨਾਲ ਰਹਿਣਾ, ਉੱਥੇ ਸੱਸ ਇਹ ਦੁਹਰਾਉਂਦੀ ਹੈ। ਸਭ ਤੋਂ ਉੱਤੇ ਦੀ ਗੱਲ ਕਿ ਜੇ ਤੁਸੀਂ ਕਦੇ ਅਖਬਾਰਾਂ 'ਚ ਨਜ਼ਰ ਮਾਰੋ ਨਾ, ਇਹ ਮਨ ਅੰਦਰ ਬੈਠਿਆ ਨੀਵਾਂਪਣ ਸਾਡੀ ਔਰਤਾਂ ਦੀਆਂ ਲਿਖਤਾਂ 'ਚ ਦਿਸਦਾ ਕਿ ਔਰਤ, ਜੇ ਅੱਜ ਅਖਬਾਰਾਂ ਖੋਲੋਗੇ, ਇੱਕ ਔਰਤ ਵੱਲੋਂ ਲਿਖਿਆ ਲੇਖ ਕਿ ਸਾਡੀ ਕੁੜੀ ਨੂੰ ਸਹਿਜ ਹੋਣਾ ਚਾਹੀਦਾ, ਸੁਹੱਪਣ ਸੋਝ ਉਸੇ 'ਚ ਹੈ ਕਿ ਉਹ ਨੀਵੀਆਂ ਅੱਖਾਂ ਰੱਖੇ, ਉਹ ਸਿਰ ਤੇ ਦੁਪੱਟਾ ਲਵੇ, ਬਾਹਰ ਨਿਕਲੇ ਫਾਲਤੂ ਕਿਸੇ ਮਰਦ ਨਾਲ ਗੱਲ ਨਾ ਕਰੇ, ਤੇ ਦੂਜੇ ਪਾਸੇ ਆਪਣੇ ਪੁੱਤਰ ਨੂੰ ਸ਼ਾਬਾਸ਼ੀ ਦਿੰਦੀ ਹੈ। ਤੇਰੀਆਂ ਗਰਲਫ੍ਰੈਂਡਸ ਕਿੰਨੀਆਂ ਕੁ ਨੇ ਭਾਈ, ਤੂੰ ਬਾਹਰ ਕਿਉਂ ਨਹੀਂ ਇਸ ਤਰ੍ਹਾਂ ਦਾ ਹੋ ਰਿਹਾ, ਤੂੰ ਖੁੱਲ, ਇਹ ਅੰਦਰ ਕਿਉਂ ਘੁਟਨ 'ਚ ਹੈ। ਉਹੀ ਔਰਤ ਜਿਸਨੇ ਜੰਮੇ ਨੇ ਆਪਣੇ ਕੁੱਖੋਂ ਇੱਕ ਬੱਚੀ ਵੀ, ਇੱਕ ਬੇਟਾ ਵੀ, ਬੇਟੇ ਲਈ ਇੱਕ ਵੱਖ ਖਾਕਾ ਤਿਆਰ ਕਰਕੇ ਦੇ ਰਹੀ ਹੈ ਤੇ ਬੇਟੀ ਲਈ ਇੱਕ ਵੱਖ ਖਾਕਾ ਕਰ ਰਹੀ ਹੈ। ਪਰ ਮੈਡਮ ਜੇ ਆਪਾਂ ਮੌਜੂਦਾ ਮੈਂ ਅੱਜ ਦੀ ਗੱਲ ਕਰ ਰਹੀ ਹਾਂ, ਵੱਡੀ ਗਿਣਤੀ ਮੱਧ ਵਰਗੀ ਲੋਕ ਜਿਹਦੇ ਵਿੱਚ ਅੱਜ ਵੀ ਮੈਂ ਸਨ 2020 ਬਤੌਰ ਇੱਕ ਡਾਕਟਰ ਹੁੰਦਿਆਂ ਹੋਇਆ ਬੱਚਿਆਂ ਦੀ ਦੱਸ ਰਹੀ ਹਾਂ, ਸਾਡੇ ਕੋਲ OPD 'ਚ ਕੇਸ ਆਉਂਦੇ ਨੇ, ਬੱਚੀਆਂ ਇਹ ਸ਼ਿਕਾਇਤ ਕਰਦੀਆਂ ਨੇ ਸਾਨੂੰ ਬਦਾਮ ਦੀ ਛਿੱਲੜ ਖਵਾਈ ਜਾਂਦੀ ਹੈ ਤੇ ਸਾਡੇ ਭਰਾ ਨੂੰ ਬਦਾਮ ਖਵਾਇਆ ਜਾਂਦਾ। ਇਹ ਸਨ 2020 ਦੀ ਮੈਂ ਤੁਹਾਨੂੰ ਵਿਤਕਰੇ ਦੀ ਐਕਸਟ੍ਰੀਮ ਦੱਸ ਰਹੀ ਹਾਂ ਕਿ ਇਸ ਐਕਸਟ੍ਰੀਮ ਤੱਕ ਕਿ ਅੱਜ ਵੀ ਜੇ ਬੱਚੀ ਛੇੜੀ ਜਾਂਦੀ ਹੈ ਸਕੂਲ ਜਾਂਦਿਆਂ ਤਾਂ ਬੱਚੀ ਦਾ ਸਕੂਲ ਬੰਦ ਹੁੰਦਾ ਹੈ, ਨਾ ਕਿ ਉਹਨਾਂ ਮੁੰਡਿਆਂ ਦਾ ਜਿਨ੍ਹਾਂ ਨੇ ਛੇੜਿਆ ਸੀ। ਪਰ ਉਹ ਤਾਂ ਮੈਡਮ ਪਰਿਵਾਰਾਂ ਤੇ ਡਿਪੈਂਡ ਕਰਦਾ ਨਾ ਕਿ ਤੁਹਾਡੇ ਪਰਿਵਾਰਾਂ ਦਾ ਲੈਵਲ ਕੀ ਹੈ, ਉਹ ਕਿਹੋ ਜਿਹਾ ਤੁਹਾਡਾ ਪਿਛੋਕੜ ਹੈ। ਜੇ ਆਪਾਂ ਮਿਡਲ ਕਲਾਸ ਫੈਮਿਲੀਜ਼ ਵਿੱਚ ਜਾਈਏ ਜਾਂ ਹਾਈ ਕਲਾਸ ਫੈਮਿਲੀਜ਼ ਉਹਨਾਂ ਵਿੱਚ ਦੇਖੀਏ, ਉਹਨਾਂ 'ਚ ਕਿਤੇ ਨਾ ਕਿਤੇ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਕੱਲੀਆਂ ਲੜਕੀਆਂ ਹੀ ਜ਼ਿੰਮੇਵਾਰ ਨੇ, ਕਿਤੇ ਨਾ ਕਿਤੇ ਹੁਣ ਲੜਕੇ ਵੀ ਤਾਂ ਆਪਣੀ ਜ਼ਿੰਮੇਵਾਰੀ ਸਮਝਦੇ ਨੇ, ਉਹ ਸਮਝਦੇ ਨੇ ਕਿ ਸਾਨੂੰ ਜਿਹੜਾ ਉਹ ਲੜਕੀਆਂ ਨਾਲ ਕਿੱਦਾਂ ਦਾ ਵਰਤਾਰਾ ਕਰਨਾ ਚਾਹੀਦਾ। ਜੇ ਆਪਾਂ ਹਰ ਪਾਸੇ ਮਰਦ ਪ੍ਰਧਾਨ ਸਮਾਜ ਨੂੰ ਜਾਂ ਮਰਦਾਂ ਨੂੰ ਹੀ ਨਿਸ਼ਾਨਾ ਬਣਾਈਏ, ਮੈਂ ਐਜ਼ ਏ ਮਰਦ ਹੋਣ ਦੇ ਨਾਤੇ ਨਹੀਂ ਕਹਿ ਰਿਹਾ, ਮਤਲਬ ਕਿ ਦੋਨੋਂ ਪਾਸੇ ਜੇ ਬੈਲੈਂਸ ਵੀ ਬਣਾਇਆ ਜਾਵੇ, ਸਮਝਣਾ ਲੜਕੀਆਂ ਨੂੰ ਵੀ ਚਾਹੀਦਾ, ਭਾਵੇਂ ਹੁਣ ਲੜਕੇ ਸਮਝ ਰਹੇ ਨੇ, ਸਾਰੇ ਸਮਝਦੇ ਨੇ ਕਿ ਇੱਕ ਸੁਰਤਾ ਜਿਹੜੀ ਹੈ ਉਹ ਇੱਕ ਜੁਟਤਾ, ਬਰਾਬਰਤਾ ਜਿਹੜਾ ਉਹ ਅਧਿਕਾਰ ਉਹ ਹੋਣੇ ਚਾਹੀਦੇ ਨੇ। ਪਰ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਕਿ ਆਜ਼ਾਦੀ ਨੂੰ ਜਿਹੜਾ ਉਹ ਗਲਤ ਵੀ ਵਰਤਿਆ ਜਾਂਦਾ, ਗਲਤ ਤਰੀਕੇ ਦੇ ਨਾਲ ਉਸ ਆਜ਼ਾਦੀ ਨੂੰ ਲੈ ਲਿਆ ਜਾਂਦਾ। ਤੁਸੀਂ ਦੇਖਿਆ ਸਕੂਲਾਂ ਕਾਲਜਾਂ ਦੇ ਵਿੱਚ ਕੀ ਕੁਝ ਹੁੰਦਾ ਬਾਅਦ ਦੇ ਵਿੱਚ ਜਦੋਂ ਛਪ ਜਾਂਦੀਆਂ ਖਬਰਾਂ। ਅੰਕੜੇ ਦੱਸਦੀਆਂ ਜਿਹਦੇ ਵਿੱਚ ਸਪਸ਼ਟ ਕੀਤਾ ਹੋਇਆ ਕੁੱਲ 2% ਸਿਰਫ ਮੇਰੇ ਅੰਕੜੇ ਨਹੀਂ ਨੇ, ਅੰਤਰਰਾਸ਼ਟਰੀ ਅੰਕੜੇ ਨੇ ਵਿਸ਼ਵ ਸਿਹਤ ਸੰਸਥਾ ਦੇ, ਕਿ 2%
ਨੇ ਸਿਰਫ ਉਹ ਔਰਤਾਂ ਜਿਨ੍ਹਾਂ ਤੋਂ ਉਹਨਾਂ ਦੇ ਪਤੀ ਤੰਗ ਨੇ। ਮੇਰੇ ਅੰਕੜੇ ਨਹੀਂ ਹਨ ਜੀ। ਯਾਨੀ ਜੇ ਦੂਜੇ ਪਾਸੇ ਦਈਏ, ਉਸੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਹੋਇਆ ਹੈ more than 68% females they are suffering from domestic violence। ਇਹ ਮੇਰੇ ਉਹਨਾਂ ਦੀ ਮਾਨਸਿਕਤਾ ਨਹੀਂ ਦੱਸੀ ਗਈ ਕਿ ਕਾਰਨ ਕੀ ਹੈ ਵੀ ਇੰਨੀਆਂ ਔਰਤਾਂ, ਕਈ ਵਾਰੀ ਇਦਾਂ ਹੁੰਦਾ ਨਾ ਕਿ ਜਿਹੜੀ ਸਮਝ ਆ ਉਹ ਨਹੀਂ ਰਲਦੀ, ਔਰਤਾਂ ਦੀ ਸਮਝ ਨਹੀਂ ਰਲਦੀ, ਜਿਹੜੇ ਬੰਦੇ ਨੇ ਉਹ ਥੋੜਾ ਜਿਹਾ ਮਤਲਬ ਕਿ ਐਡਜਸਟਮੈਂਟ ਕਰ ਲੈਂਦੇ ਨੇ। ਸਿਰਫ ਮਰਦ ਵੱਲੋਂ ਔਰਤ ਉੱਤੇ ਹੋਈ ਨੂੰ ਗਿਣਿਆ ਜਾਂਦਾ, ਡੈਫੀਨੇਸ਼ਨ ਹੈ ਜੀ। ਤਾਂ ਉਹਦੇ ਵਿੱਚ ਜੇ 68% ਤੋਂ ਉੱਪਰ, ਜਾਂ ਆਪਾਂ ਰਫਲੀ ਕਹਿ ਦਿੰਦੇ ਆ ਜੇ 70%, ਜੋ ਕਿ ਅੰਤਰਰਾਸ਼ਟਰੀ ਅੰਕੜੇ ਦੱਸਦੇ ਨੇ, ਜੋ ਕਿ ਈਵਨ 2 ਮਹੀਨਿਆਂ ਦੇ ਸਾਡੇ ਕੋਲ ਫਿਗਰਸ ਸਾਹਮਣੇ ਆ ਚੁੱਕੇ, ਜਿਨ੍ਹਾਂ ਲਈ ਈਵਨ ਮੈਟਰਨਿਟੀ ਹਸਪੀਟਲਸ ਤੱਕ ਇੰਟਰਨੈਸ਼ਨਲ ਖੋਲ੍ਹਣੇ ਪਏ ਨੇ, ਜਿਨ੍ਹਾਂ ਨੂੰ ਅਸੀਂ ਵਿਕਸਿਤ ਮੁਲਕ ਕਹਿ ਰਹੇ ਹਾਂ। ਉਹਨਾਂ 'ਚ ਈਵਨ ਨਿਊਯਾਰਕ ਦੇ ਵਰਗੇ ਸ਼ਹਿਰ ਦੇ ਵਿੱਚ ਦੇ ਜੋ ਉਹਨਾਂ ਦੀ ਪੁਲਿਸ ਨੇ ਮੰਗਿਆ ਵੀ 100 ਕਰੋੜ ਹੋਰ ਚਾਹੀਦਾ ਸਾਨੂੰ ਇਹ 3 ਮਹੀਨਿਆਂ 'ਚ, ਜਿਸ ਹਿਸਾਬ ਦੀ ਡੋਮੈਸਟਿਕ ਵਾਇਲੈਂਸ ਵਧੀ ਹੈ, ਜਾਂ ਜਿਸ ਹਿਸਾਬ ਦੀਆਂ ਜਿਹੜੀਆਂ ਪ੍ਰੈਗਨੈਂਸੀਜ਼ ਅਨਵਾਂਟਿਡ ਹੋਈਆਂ ਨੇ, ਉਹਨਾਂ ਲਈ ਓਨੇ ਹੀ ਮੈਟਰਨਿਟੀ ਵਾਰਡ ਖੋਲ੍ਹੇ ਜਾਣ ਜਿੰਨੇ ਕੋਵਿਡ ਸੈਂਟਰਸ ਨੇ, ਜੋ ਕਿ ਸਾਨੂੰ ਤਸਵੀਰ ਬੜੀ ਸੋਹਣੀ ਸਪਸ਼ਟ ਕਰਦੀ ਹੈ, ਜਿੱਥੇ ਕਿ ਯੂਨੀਸੈਫ ਵਰਗੀ ਸੰਸਥਾ ਕਹਿੰਦੀ ਹੈ ਕਿ ਇਨ ਦਿਸ ਵਰਲਡ, ਪੂਰੀ ਦੁਨੀਆ ਵਿੱਚ ਕੋਈ ਇੱਕ ਵੀ ਅਜਿਹਾ ਮੁਲਕ, ਅਜਿਹਾ ਥਾਂ ਨਹੀਂ ਜਿੱਥੇ ਔਰਤ ਨੂੰ ਅਸੀਂ ਅੱਜ ਸੁਰੱਖਿਅਤ ਕਰਾਰ ਦੇ ਸਕੀਏ। ਗੱਲ ਆਜ਼ਾਦੀ ਦੀ ਉਦੋਂ ਖੜੀ ਹੁੰਦੀ ਹੈ ਜਦੋਂ ਕਈ ਸਦੀਆਂ ਤੋਂ ਕਿਸੇ ਨੂੰ ਲਗਾਤਾਰ ਦੱਬਿਆ ਜਾਂਦਾ ਰਿਹਾ ਹੋਵੇ ਕਿ ਇਸ ਘਰ ਵਿੱਚ ਤੇਰੇ ਲਈ ਸਿਰਫ ਤੇ ਸਿਰਫ ਰਿਸਟ੍ਰਿਕਸ਼ਨਸ ਨੇ ਕਿ ਤੂੰ ਬਾਹਰ ਵੀ ਨਹੀਂ ਨਿਕਲਣਾ, ਇਹ ਚੀਜ਼ ਤੂੰ ਖਾਣੀ ਨਹੀਂ, ਇੱਥੇ ਹੱਸਣਾ ਨਹੀਂ, ਸਹੇਲੀਆਂ ਨਾਲ ਇਸ ਵਜੇ ਤੋਂ ਬਾਹਰ ਜਾ ਨਹੀਂ ਸਕਦੀ। ਉਹ ਟੋਟਲ 100% ਰਿਸਟ੍ਰਿਕਸ਼ਨ ਸਿਰਫ ਜਦੋਂ ਇੱਕ ਉਸੇ ਜਿਨਸ ਵਾਲੇ ਨੂੰ ਹੋਏਗੀ ਤਾਂ ਨੈਚੁਰਲੀ ਉਹਨੇ ਕਿਸੇ ਥਾਂ ਤੇ ਨਿਕਲ ਕੇ ਆਪਣੇ ਉਹ ਸੰਗਲ ਤੋੜਨੇ ਨੇ। ਪਰ ਮੈਡਮ, ਜਦੋਂ ਆਪਾਂ ਅਖਬਾਰਾਂ ਵਿੱਚ ਖਬਰਾਂ ਦੇਖਦੇ ਹਾਂ, ਤੁਸੀਂ ਵੀ ਦੇਖਦੇ, ਸੁਣਦੇ, ਪੜ੍ਹਦੇ ਹੋ, ਮਸਲੇ ਕਈ ਇਹੋ ਜਿਹੇ ਆ ਜਾਂਦੇ ਨੇ ਜਿੱਥੇ ਉਸ ਆਜ਼ਾਦੀ ਨੂੰ ਜਿਹੜਾ ਉਹ ਹੋਰ ਵੇ ਨਾਲ ਯੂਜ਼ ਕਰ ਲਿਆ ਜਾਂਦਾ। ਜਿਵੇਂ ਤੁਸੀਂ ਦੇਖਿਆ ਕਿ ਜਾਂ ਤਾਂ ਲੜਕੀਆਂ ਦੇ ਮਸਲੇ ਸਾਹਮਣੇ ਆਉਂਦੇ ਨੇ ਕਿ ਰਿਲੇਸ਼ਨਸ਼ਿਪਸ ਨੂੰ ਲੈ ਕੇ ਬਹੁਤ ਗੱਲਾਂ ਸਾਹਮਣੇ ਆਉਂਦੀਆਂ, ਜਾਂ ਫਿਰ ਔਰਤਾਂ ਵਿਆਹ ਤੋਂ ਬਾਅਦ ਵੀ ਜੇ ਮਰਦ ਨਹੀਂ ਉੱਥੇ ਮੌਜੂਦ ਨਹੀਂ, ਉਹਦੀ ਗੈਰ ਮੌਜੂਦਗੀ ਵਿੱਚ ਜਾਂ ਉਹਦੀ ਮੌਜੂਦਗੀ ਦੇ ਵਿੱਚ ਹੀ ਚੈਲੰਜ ਸਿੱਧਾ ਪਰਿਵਾਰ ਨੂੰ ਵੀ ਕਰ ਦਿੱਤਾ ਜਾਂਦਾ ਕਿ ਮੈਂ ਤਾਂ ਇਸ ਤਰ੍ਹਾਂ ਹੀ ਚੱਲਣਾ ਹੈ। ਫਿਰ ਉੱਥੇ ਕੌਣ ਜ਼ਿੰਮੇਵਾਰ ਹੈ? ਮੈਨੂੰ ਇਹ ਦੱਸੋ ਕਿ ਅੱਜ ਦੇ ਦਿਨ ਜੇ ਕਿਸੇ ਔਰਤ ਦਾ ਰੇਪ ਹੁੰਦਾ ਤਾਂ ਕਿੰਨੇ ਕੁ ਫੀਸਦ ਨੇ ਜਿਹੜੇ ਔਰਤ ਨੂੰ ਕਸੂਰਵਾਰ ਠਹਿਰਾਉਂਦੇ ਨੇ? ਬਹੁਤ ਵੱਡੀ ਗਿਣਤੀ। ਆਪਾਂ ਹਾਥਰਸ ਸਾਡੇ ਸਾਹਮਣੇ ਹੈ ਜਿੱਥੇ ਛਾਤੀ ਠੋਕ ਕੇ ਖੜੇ ਸਨ ਕਿ ਕਸੂਰਵਾਰ ਉਹ ਬੱਚੀ ਹੈ ਜੀ। ਕਸੂਰ ਕੀ ਹੈ ਕਿ ਉਹ ਗਰੀਬ ਹੈ, ਉਹ ਦਲਿਤ ਹੈ, ਤੇ ਫਿਰ ਠਾਕੁਰ ਇੱਕ ਖਾਨਦਾਨ ਦਾ ਬੰਦਾ ਖੜਾ ਛਾਤੀ ਠੋਕ ਕੇ ਕਹਿ ਰਿਹਾ ਹੈ ਹਮੇ ਇਸਕਾ ਹੱਕ ਹੈ। ਇਹਦਾ ਕੀ ਮਤਲਬ ਹੈ? 300 ਬੱਚਿਆਂ ਦਾ ਮੀਡੀਆ ਵੱਲੋਂ YouTube ਤੇ ਇੰਟਰਵਿਊ ਹੋਈ ਪਈ ਹੈ, ਜਿਹੜੀ 6ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਨੇ ਕਿਹਾ ਕਿ ਜੇ ਕੁੜੀ ਸਕੂਲ ਪੜ੍ਹਨ ਆਉਂਦੀ ਜੇ ਤਾਂ ਉਹਨੂੰ ਆਵਾਰਾ ਗਿਣਿਆ ਜਾਣਾ ਚਾਹੁੰਦਾ। ਸਾਡੇ ਮੁਲਕ ਦਾ 6ਵੀਂ ਜਮਾਤ ਦਾ ਹਰਿਆਣੇ ਦਾ ਬੱਚਾ ਉਹ YouTube ਵਿੱਚ ਪਈ ਜੇ ਵੀਡੀਓ ਕੈਮਰੇ ਦੇ ਸਾਹਮਣੇ ਕਹਿ ਰਿਹਾ ਕਿ ਕੁੜੀ ਦਾ ਸਕੂਲ ਆਉਣਾ ਮਤਲਬ ਉਹ ਆਵਾਰਾ ਹੈ। ਪਰਿਵਾਰਕ ਸਿੱਖਿਆ ਤੇ ਡਿਪੈਂਡ ਕਰਦਾ ਨਾ ਮੈਡਮ। ਬਿਲਕੁਲ, ਜਿਹੋ ਜਿਹਾ ਪਰਿਵਾਰ ਨੇ ਸਿਖਾਇਆ ਉਹੋ ਜੀ ਸੋਚ ਲਿਆਂਦੇ। ਇਹੀ ਤੁਹਾਨੂੰ ਸ਼ੁਰੂ ਗੱਲ ਤਾਂ ਹੀ ਕੀਤੀ ਸੀ ਕਿ ਇਹ ਪਰਿਵਾਰ ਨੂੰ ਸਿਖਾਉਣ ਵਾਲੀ ਸੋਚ ਕਿੱਥੋਂ ਆਈ ਕਿ ਔਰਤ ਤੜੀ ਰਹਿਣੀ ਚਾਹੀਦੀ ਹੈ ਤੇ ਸਿਰਫ ਆਜ਼ਾਦੀ ਇੱਕ ਤਰਫਾ ਹੋਣੀ ਚਾਹੀਦੀ ਹੈ। ਇਹ ਆਜ਼ਾਦੀ ਦੱਸਣ ਵਾਲਾ ਖਾਕਾ ਕਿਸਨੇ ਬਣਾਇਆ ਸੀ ਕਿ ਔਰਤ ਨੇ ਰਸੋਈ 'ਚ ਕੰਮ ਕਰਨਾ, ਮਰਦ ਨਹੀਂ ਕਰ ਸਕਦਾ, ਜਾਂ ਔਰਤ ਵਿਆਹ ਤੋਂ ਬਾਅਦ ਸਿਰਫ ਇਹੀ ਹੈ ਜਿਹਨੇ ਯਾਨੀ ਆਪਣੀ ਨੌਕਰੀ ਛੱਡਣੀ ਹੈ ਤੇ ਸਿਰਫ ਮਰਦ ਕੰਮ ਕਰੇਗਾ। ਇਹ ਸਿਰਫ ਸਾਡੇ ਮੁਲਕ ਨੂੰ ਪੌੜਾ ਪਿਆ। ਤੁਸੀਂ ਬਾਹਰਲੇ ਮੁਲਕਾਂ 'ਚ ਨਿਕਲੋ ਜਿਹੜੇ ਇੰਡੀਅਨਸ ਨਹੀਂ ਹਨ। ਬਿਲਕੁਲ, ਮੈਂ ਇਹੋ ਜਿਹਾ ਵਿਤਕਰਾ ਉਹਨਾਂ ਦੇ ਘਰਾਂ 'ਚ ਇੱਕ ਵਾਰ ਨਹੀਂ, ਖਰੇ ਹੁਣ ਤੱਕ ਗਿਣਤੀ ਨਹੀਂ ਕਿੰਨੀ ਵਾਰ ਮੈਂ ਉੱਥੇ ਜਾ ਆਈ ਹਾਂ। ਉਹਨਾਂ ਮੁਲਕਾਂ ਦੇ ਵਿੱਚ ਜਾਈਏ, ਇਹ ਖਾਕੇ ਉਹਨਾਂ ਨੇ ਨਹੀਂ ਬਣਾਏ। ਕੰਮ ਕਰਨ ਦਾ ਮਤਲਬ ਹੈ ਕਿਚਨ ਮੀਨਸ ਇਹ ਸਾਂਝੀ ਹੈ, ਘਰ ਦੇ ਮੁੰਡੇ ਨੇ ਵੀ ਕਰਨਾ, ਪਿਓ ਨੇ ਵੀ ਕਰਨਾ, ਕੁੜੀ ਨੇ ਵੀ ਆਪਣਾ ਕਰਨਾ ਤੇ ਮਾਂ ਨੇ ਵੀ ਕਰਨਾ। ਕਿਤੇ ਨਹੀਂ ਲਿਖਿਆ ਕਿ ਸਿਰਫ ਕੁੜੀ ਨੂੰ ਹਦਾਇਤ ਦਿੱਤੀ ਜਾਏਗੀ, ਘਰ 'ਚ ਲੋਕ ਆਏ ਨੇ ਭਈ ਤੂੰ ਉੱਠ ਤੇ ਪਾਣੀ ਲੈ ਕੇ, ਕਦੇ ਨਹੀਂ ਹੁੰਦਾ। ਉਹ ਇਕੁਅਲ ਰਾਈਟ ਹੈ ਜੀ, ਮੁੰਡੇ ਨੇ ਵੀ ਉੱਠਣਾ ਤੇ ਉਹਨੇ ਪਾਣੀ ਪਿਆਣਾ। ਪਰ ਸਾਡੇ ਘਰਾਂ 'ਚ ਝਾਤ ਮਾਰੀਏ ਇਹ ਕਲਚਰ ਨਹੀਂ ਹੈ। ਬਿਲਕੁਲ, ਮੈਂ ਕਿਤੇ ਡਿਫੈਂਡ ਨਹੀਂ ਕਰ ਰਹੀ ਕਿਤੇ ਗਲਤ ਹੋਵੇ ਕਿ ਮੈਂ ਕੁੜੀਆਂ ਜੋ ਕਿ ਕੁਝ ਗਲਤ, ਮੈਂ ਜ਼ਰੂਰ ਉਸ ਗੱਲ ਤੇ ਵੀ ਆਉਣੀ ਆ ਕਿ ਉਹਨਾਂ ਨੂੰ ਡਿਫੈਂਡ ਕਰ ਰਹੀ ਹੋਵਾਂ, ਪਰ ਮੈਂ ਕਹਿ ਰਹੀ ਹਾਂ ਕਿ ਇਹ ਅਸੀਂ ਕਿਉਂ ਜੰਮਦੀ ਬੱਚੀ ਦੇ ਦਿਮਾਗ 'ਚ ਵਾੜਿਆ ਕਿ ਤੂੰ ਰਸੋਈ ਵਿੱਚ ਹੀ ਰਹਿਣਾ? ਕਿਉਂ? ਬਗਾਵਤ ਦੀ ਗੱਲ ਨਹੀਂ, ਪਰ ਤੁਹਾਡਾ ਇੰਟਰਸਟ ਹੋਣਾ ਚਾਹੀਦਾ ਜੀ। ਹਾਂ, ਮੈਂ ਜੇ ਆਈ ਹਾਂ ਤਾਂ ਨੈਚੁਰਲ ਗੱਲ ਹੈ ਕਿ ਮੇਰਾ ਹਸਬੈਂਡ ਵੀ ਆਏਗਾ। ਜੇ ਮੈਂ ਨੌਕਰੀ ਕਰਕੇ ਆਈ ਹਾਂ
ਤਾਂ ਫਿਰ ਮੈਂ ਵੀ ਥੱਕੀ ਹੋਈ ਆ ਭਾਈ, ਅੱਜ ਤਾਂ ਚਾਹ ਤੂੰ ਬਣਾ ਕੇ ਦੇਂਗਾ, ਅੱਜ ਮੈਂ ਥੱਕ ਗਈ ਹਾਂ। ਬਿਲਕੁਲ। ਜਿਸ ਦਿਨ ਇਹ ਮਨ ਵਿੱਚੋਂ ਗੱਲ ਨਿਕਲੇਗੀ ਕਿ ਇਹਦਾ ਹਿੱਸਾ ਸਿਰਫ ਉਹ ਘਰ ਦੇ ਨੂੰ ਸਾਂਭਣਾ, ਕੱਪੜੇ ਧੋਣੇ, ਬੱਚੇ ਪਾਲਣੇ, ਪੜ੍ਹਾਉਣਾ, ਸਕੂਲੋਂ ਲੈ ਕੇ ਆਉਣਾ, ਮੈਂ ਸਿਰਫ ਇੰਡੀਆ ਦੀ ਗੱਲ ਨਹੀਂ ਕਰ ਰਹੀ। ਬਿਲਕੁਲ। ਤੁਸੀਂ ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਯੂਰਪ ਚਲੇ ਜਾਓ, ਮੈਂ ਇਹਨਾਂ ਘਰਾਂ ਵਿੱਚ ਵੜ ਕੇ ਦੇਖਿਆ ਜਿੱਥੇ ਸਾਡੇ ਭਾਰਤੀ ਲੋਕ ਨੇ, ਸਿਰਫ ਪੰਜਾਬੀ ਨਹੀਂ, ਭਾਰਤੀ ਲੋਕ, ਉਹ ਸਾਰੇ ਦੇ ਸਾਰਿਆਂ ਨੇ ਇਹੋ ਹੱਦ ਬੰਨੇ ਉੱਥੇ ਵੀ ਲੈ ਕੇ ਗਏ ਨੇ। ਮੈਂ ਉੱਥੇ ਦੀਆਂ ਬਹੁਤ ਸਾਰੀਆਂ ਔਰਤਾਂ ਨੂੰ ਮਿਲੀਆਂ ਜਿਨ੍ਹਾਂ ਦੇ ਲਾਸਾਂ ਪਈਆਂ ਹੋਈਆਂ ਗੁਰਦੁਆਰਿਆਂ ਅੰਦਰ, ਮੈਨੂੰ ਉਹਨਾਂ ਨੇ ਦਿਖਾਇਆ ਕਿ ਆਹ ਦੇਖੋ ਜੀ, ਇਸ ਤਰੀਕੇ ਦੀ ਸਾਡੇ ਨਾਲ ਮਾਰ ਕੁਟਾਈ ਹੁੰਦੀ ਹੈ ਕਿ ਤੂੰ ਅੱਜ ਅੱਧਾ ਘੰਟਾ ਨੌਕਰੀ ਤੋਂ ਵਾਪਸ ਲੇਟ ਕਿਉਂ ਹੋਈ। ਯਾਨੀ ਇਹ ਚੀਜ਼ਾਂ ਜੇ ਅਸੀਂ ਵਿਕਸਿਤ ਮੁਲਕਾਂ 'ਚ ਆਪਣੇ ਨਾਲ ਲੈ ਕੇ ਤੁਰੇ ਆ ਕਿ ਇਹ ਹੱਦ ਬੰਨੇ ਉਸ ਥਾਂ ਤੇ ਵੀ ਔਰਤ ਲਈ ਨੇ, ਤਾਂ ਇਸ ਆਜ਼ਾਦੀ ਨੂੰ ਕੋਈ ਕਿਵੇਂ ਆਏਗਾ। ਹੁਣ ਮੈਂ ਤੁਹਾਨੂੰ ਦੱਸਦੀ ਹਾਂ, ਸਾਡਾ ਮੁਲਕ ਆਜ਼ਾਦ ਹੋਇਆ, ਕੀ ਹੋਇਆ ਸੀ? ਯਾਨੀ ਇੰਨਾ ਕੁ ਦਬਾਇਆ ਗਿਆ ਸੀ ਕਿ ਤੁਹਾਡੀਆਂ ਸਦਰਾਂ, ਤੁਹਾਡੀਆਂ ਤਮੰਨਾਵਾਂ, ਤੁਸੀਂ ਜੋ ਵੀ ਆਜ਼ਾਦ ਲੰਬਾ ਹਵਾ ਵੀ ਇੱਥੇ ਸਾਹ ਖਿੱਚਣਾ ਚਾਹੁੰਦੇ ਹੋ ਇਸ ਖੁੱਲੇ ਆਜ਼ਾਦੀ ਦੇ ਵਿੱਚ, ਤਾਂ ਤੁਹਾਡੇ ਤੇ ਪੈ ਨੇ। ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ। ਇਹ ਇੱਕ ਅੰਦਰ ਸਾਡੇ ਸੱਟ ਵੱਜੀ ਸੀ, ਜਿਸ ਨੇ ਆਰ ਪਾਰ ਦੀ ਲੜਾਈ ਵਿੱਢੀ ਕਿ ਮਰ ਜਾਵਾਂਗੇ ਪਰ ਅਸੀਂ ਆਜ਼ਾਦ ਹੋਣਾ। ਮੈਂ ਤੁਹਾਨੂੰ ਉਹੀ ਮੈਂਟੈਲਿਟੀ ਸਮਝਾਉਣਾ ਚਾਹ ਰਹੀ ਹਾਂ ਕਿ ਇੱਕ ਪਿੰਡ ਦੀ ਬੱਚੀ ਜਿਸ ਦੇ ਸਾਹਮਣੇ ਉਹਨੂੰ ਦਿਸਦਾ ਹੈ ਕਿ ਮੇਰਾ ਭਰਾ 4 ਕੁੜੀਆਂ ਨਾਲ ਸੰਬੰਧ ਰੱਖ ਰਿਹਾ, ਉਹਨੂੰ ਕੋਈ ਰੋਕ ਟੋਕ ਨਹੀਂ, ਰਾਤ ਵੀ ਲੇਟ ਆ ਰਿਹਾ, ਤੇ ਮੇਰੇ ਤੇ ਸਾਰੀਆਂ ਦੀਆਂ ਸਾਰੀਆਂ ਰੋਕਾਂ ਨੇ, ਮੈਂ ਵਿਖਾਉਣੀ ਆ ਕੀ ਕਰ ਸਕਦੀ ਹਾਂ। ਇਹ ਹੁੰਦਾ ਜੇ ਉਹ ਸੰਗਲ ਤੋੜ ਕੇ, ਜਦੋਂ ਉਹ ਮੈਂ ਨਾ ਤਾਂ ਜਾਇਜ਼ ਠਹਿਰਾ ਰਹੀ ਹਾਂ ਉਸ ਮੁੰਡੇ ਦੇ ਇਹੋ ਜਿਹੇ ਸੰਬੰਧ, ਨਾ ਮੈਂ ਜਾਇਜ਼ ਕੁੜੀ ਦੇ ਠਹਿਰਾ ਰਹੀ ਹਾਂ, ਪਰ ਮਤਲਬ ਦੱਸਣਾ ਚਾਹ ਰਹੀ ਹਾਂ ਕਿ ਇੱਕ ਹਿਊਮਨ ਸਾਈਕੀ ਹੈ ਕਿ ਮੈਂ ਇਹ ਹੁਣ ਤੋੜਨਾ ਚਾਹੁੰਦੀ ਆ ਸੰਗਲ, ਤੇ ਮੈਂ ਦੱਸਦੀ ਆ ਕਿ ਮੈਂ ਕਿਸ ਤਰੀਕੇ ਦੇ ਸੰਬੰਧ ਮੈਂ ਵੀ ਹੁਣ ਚੋਰੀਆਂ ਰੱਖ ਸਕਦੀ ਹਾਂ। ਵੈਸੇ ਚਾਹੀਦਾ ਤਾਂ ਵੈਸੇ ਮੈਡਮ ਲੜਕੀਆਂ ਨੂੰ ਇਹ ਹੈ ਕਿ ਜਦੋਂ ਆਜ਼ਾਦੀ ਦੀ ਗੱਲ ਆਉਂਦੀ ਹੈ ਤਾਂ ਉਹ ਆਜ਼ਾਦੀ ਜਿਸ ਤਰ੍ਹਾਂ ਤੁਸੀਂ ਇਸ ਫੀਲਡ ਵਿੱਚ ਕਿੱਥੇ ਤੱਕ ਤੁਹਾਡਾ ਨਾਮ ਹੈ ਦੇਸ਼ ਦੁਨੀਆ ਭਰ ਦੇ ਵਿੱਚ, ਤੁਸੀਂ ਆਪਣੀ ਪੜ੍ਹਾਈ ਦੇ ਜ਼ਰੀਏ, ਆਪਣੀ ਹਿੰਮਤ ਦੇ ਜ਼ਰੀਏ, ਆਪਣੇ ਹੌਸਲੇ ਜ਼ਰੀਏ ਇੱਥੇ ਤੱਕ ਨਾਮ ਬਣਾਇਆ। ਤੁਹਾਨੂੰ ਵੀ ਬਹੁਤ ਕ੍ਰਿਟੀਸਾਈਜ਼ ਕੀਤਾ ਗਿਆ ਤੁਹਾਡੇ ਸਮੇਂ ਦੇ ਵਿੱਚ। ਹੁਣ ਮੈਂ ਤੁਹਾਨੂੰ ਇਹੀ ਚੀਜ਼ ਲਿਆਉਣੀ ਆ ਕਿ ਜਿਨ੍ਹਾਂ ਘਰਾਂ ਵਿੱਚ ਇਹ ਰੋਕ ਨਹੀਂ ਹੁੰਦੀ, ਯਾਨੀ ਮੈਂ ਉਸ ਚੀਜ਼ ਨੂੰ ਵੀ ਗਲਤ ਠਹਿਰਾ ਰਹੀ ਹਾਂ ਕਿ ਉਸ ਬੱਚੀ ਨੇ, ਜੇ ਉਹਨੂੰ ਲੱਗਿਆ ਕਿ ਮੇਰੀ ਆਜ਼ਾਦੀ ਇੱਕ ਜਿਸਮਾਨੀ ਸੰਬੰਧ ਬਣਾਉਣੇ ਨੇ, ਜਾਂ ਚੁੰਨੀ ਲਾ ਕੇ ਮੈਂ ਨੰਗੇ ਸਿਰ ਹੋ ਗਈ, ਜਾਂ ਮੈਂ ਆਪਣੇ ਪਹਿਰਾਵੇ 'ਚ ਜਿਸਮ ਦਿਖਾਉਣਾ ਸ਼ੁਰੂ ਕੀਤਾ, ਜਾਂ ਆਪਣੀਆਂ ਅਦਾਵਾਂ ਨਾਲ ਰਿਝਾਉਣਾ ਸ਼ੁਰੂ ਕੀਤਾ, ਇਹਨੂੰ ਆਜ਼ਾਦੀ ਗਿਣੀ ਜਾਂਦੀ ਹੈ, ਤਾਂ ਮੈਂ ਟੋਟਲ ਨਕਾਰਦੀ ਹਾਂ। ਇਹ ਆਜ਼ਾਦੀ ਨਹੀਂ ਹੈ। ਆਜ਼ਾਦੀ ਉੱਚੀ ਉਡਾਨ ਨੂੰ ਕਿ ਤੁਸੀਂ ਆਪਣਾ ਨਵਾਂ ਰਾਹ ਚੁਣ ਸਕਦੇ ਹੋ, ਤੁਸੀਂ ਕਿਸੇ ਨੂੰ ਸੇਧ ਦੇਣ ਯੋਗ ਬਣ ਸਕਦੇ ਹੋ। ਇਹ ਸਮਾਜ ਵਿੱਚ ਸਿਰਫ ਔਰਤ ਹੀ ਨਹੀਂ, ਅਫਸੋਸ ਕਿ ਜਿਵੇਂ ਆਪਾਂ ਕੋਈ ਕਿਸੇ ਵੀ ਔਰਤ ਨੂੰ ਅਗਾਂਹ ਲੰਘਦੇ ਦੇਖ ਲਈਏ ਤਾਂ ਉਹਨੂੰ ਭੰਡਦੇ ਮਰਦ ਤੇ ਔਰਤ ਬਰਾਬਰ ਨੇ, ਕਿਉਂਕਿ ਔਰਤਾਂ ਨੂੰ ਲੱਗਦਾ ਹੈ ਕਿ ਅਸੀਂ ਇਸ ਲੈਵਲ ਤੇ ਸਾਂ, ਇਹ ਅਗਾਂਹ ਕਿਉਂ ਲੰਘ ਗਈ। ਬਿਲਕੁਲ ਉੱਦਾਂ ਹੀ ਉਹ ਮੈਂਟੈਲਿਟੀ ਜਿਹੜੀ ਮਿਡਲ ਕਲਾਸ ਮੈਂਟੈਲਿਟੀ ਹੈ ਕਿ ਸਾਡੇ ਤੋਂ ਇਹ ਅਗਾਂਹ ਕਿਉਂ ਲੰਘੀ, ਤਾਂ ਵੱਡੀ ਗਿਣਤੀ ਉਸ ਕਿਸਮ ਦੇ ਮਰਦ ਵੀ ਬਕਾਇਦਾ ਭੰਡਦੇ ਨੇ, ਖਿੱਚਣ ਦੀ ਕੋਸ਼ਿਸ਼ ਕਰਨਗੇ, ਕਰੈਕਟਰ ਅਸੈਸੀਨੇਸ਼ਨ ਕਰਨਗੇ, ਜੋ ਵੀ ਕਰ ਸਕਦੇ ਨੇ। ਮੈਂ ਗੱਲ ਹੁਣ ਕਰਨਾ ਚਾਹੁੰਦੀ ਹਾਂ ਇੱਕ ਵੱਡੀ ਗਿਣਤੀ ਉਹ ਜਿਹੜੇ ਸ਼ਾਇਦ 50 ਜਾਂ 60% ਹੋਣਗੇ, ਜਿਹੜੇ ਸੁਹਿਰਦ ਨੇ, ਸਮਝਦਾਰ ਨੇ, ਜਿਹੜੀਆਂ ਆਪਣੀਆਂ ਧੀਆਂ ਤੇ ਵਲਗਣਾ ਨਹੀਂ ਪਾਉਂਦੇ, ਜਿਹੜੀਆਂ ਆਪਣੀਆਂ ਪਤਨੀਆਂ ਤੇ ਰੋਕ ਨਹੀਂ ਲਾਉਂਦੇ, ਜਿਹੜੀਆਂ ਆਪਣੀਆਂ ਮਾਵਾਂ ਦੀ ਸਪੋਰਟ 'ਚ ਖੜਦੇ ਨੇ। ਉਹ ਲੋਕ ਸਿਰਫ ਚੁੱਪ ਨੇ, ਜਿਸ ਸਦਕਾ ਇਹ ਵਰਤਾਰਾ ਵਿਗੜਦਾ ਜਾ ਰਿਹਾ ਜੇ। ਉਹਨਾਂ ਨੂੰ ਲੱਗਦਾ ਕਿ ਅਸੀਂ ਆਪਣੇ ਘਰ ਤੱਕ ਸੀਮਤ ਹਾਂ, ਸਾਡੀ ਬੱਚੀ ਖੁਸ਼ ਹੈ, ਪਰ ਜਦੋਂ ਅੱਗ ਲੱਗਦੀ ਜੇ ਨਾ ਉਹ ਘਰ, ਉਹ ਵੀ ਨਾਲ ਅਖੀਰ ਧੂਏ ਨਾਲ ਹੀ, ਜੇ ਅੱਗ ਨਾ ਵੀ ਪਹੁੰਚੇ ਧੂਏ ਨਾਲ ਵੀ ਸੜ ਜਾਂਦਾ। ਸਿਰਫ ਮੇਰਾ ਮਕਸਦ ਆ ਜੇ ਸਾਰਾ ਕੁਝ ਦੱਸਣ ਦਾ ਇਹ ਨਹੀਂ ਸੀ ਕਿ ਔਰਤ ਅਗਾਂਹ ਹੈ ਜਾਂ ਮਰਦ ਅਗਾਂਹ ਹੈ। ਮਰਦ ਔਰਤ ਇੱਕ ਦੂਜੇ ਦੇ ਪੂਰਕ ਨੇ। ਯਾਨੀ ਜੇ ਕਿਸੇ ਨੇ ਘਰ ਵਿੱਚ ਫੈਸਲਾ ਲਿਆ ਕਿ ਔਰਤ ਬਾਹਰ ਕੰਮ ਕਰੇਗੀ ਤਾਂ ਘਰ ਨੇ ਸਾਂਭ ਲਿਆ ਜੇ ਮਰਦ ਨੇ, ਸ਼ੁੱਡ ਨਾਟ ਬੀ ਸੋ ਆਕਵਰਡ ਕਿ ਉਹ ਹੋਏ ਕੀ ਹੋ ਗਿਆ। ਯਾਨੀ ਅੱਖ ਚੜਾਉਣ ਦੀ ਲੋੜ ਨਹੀਂ, ਨਾਰਮਲ ਗੱਲ ਹੈ ਕਿ ਦੋਨੋਂ ਇੱਕ ਦੂਜੇ ਦੇ ਪੂਰਕ ਨੇ, ਉਹ ਖੁਸ਼ ਨੇ, ਭਾਈ ਤੁਸੀਂ ਕਿਉਂ ਟੱਬਰ 'ਚ ਵਿੱਚ ਉਂਗਲ ਮਾਰਨ ਜਾ ਰਹੇ ਹੋ। ਬਿਲਕੁਲ। ਸੋ ਮਕਸਦ ਸਿਰਫ ਇਹ ਕਿ ਅਸੀਂ ਸਹੀ ਮਾਇਨਿਆਂ ਵਿੱਚ ਇੱਕ ਆਜ਼ਾਦੀ ਦੋਨਾਂ ਲਈ ਬਰਾਬਰ ਦੀ ਗਿਣੀ ਹੈ, ਜਿਸ ਜਿਸਮਾਨੀ ਆਜ਼ਾਦੀ ਜਾਂ ਕੋਈ ਇਹ ਰਿਲੇਸ਼ਨਸ਼ਿਪਸ ਜਿਹੜੇ ਇਸ ਤਰ੍ਹਾਂ ਦੇ ਨੂੰ ਆਜ਼ਾਦੀ ਨਹੀਂ ਗਿਣੀ ਜਾਂਦੀ। ਇਹ ਤੁਹਾਡੀ
ਸੋਚ ਹੈ ਕਿ ਕਿਸ ਤਰੀਕੇ ਦੇ ਵਿਗਾੜ ਨਾਲ ਤੁਸੀਂ ਚੱਲਣਾ ਚਾਹੁੰਦੇ ਹੋ। ਬਿਲਕੁਲ ਪਰ ਗੱਲ ਇਹ ਹੈ ਕਿ ਸੇਧ ਦੇਣ ਵਾਲਾ ਕੌਣ ਸੀ? ਦੇਖੋ, ਮਾਂ ਗੁਜਰੀ ਇੱਕ ਔਰਤ ਸੀ। ਬਿਲਕੁਲ ਉਸ ਸਮੇਂ ਜ਼ਰਾ ਕੁ ਆਪਾਂ ਧਿਆਨ ਰੱਖੀਏ, ਉਸ ਸਮੇਂ ਨੂੰ ਵਿੱਚ ਲਿਆ ਕੇ, ਉਹਦੇ ਕੋਲ 9 ਵਰਿਆਂ ਦਾ ਬਾਲ ਸੀ ਜਦੋਂ ਪਤੀ ਦਾ ਸਾਇਆ ਨਹੀਂ ਸੀ, ਬਿਲਕੁਲ ਤੇ ਚੁਫੇਰੇ ਦੁਸ਼ਮਣ ਸਨ। ਤੇ ਉਹ ਔਰਤ ਜਿਹਦੇ ਅੱਗੇ ਬਹੁਤ ਸਾਰੀਆਂ ਔਕੜਾਂ ਸਨ, ਇਹ ਸਮਾਜ ਤੈਨੂੰ ਨਹੀਂ ਚਾਹੁੰਦਾ ਕਿ ਤੂੰ ਆਜ਼ਾਦ ਹੋਵੇਂ, ਇਹ ਸਮਾਜ ਨਹੀਂ ਚਾਹੁੰਦਾ ਕਿ ਤੂੰ ਅਗਾਂਹ ਆਵੇਂ, ਜਾਂ ਉਹਨੂੰ ਪਾਲਣ ਦਾ ਸਾਰਾ ਜ਼ਿੰਮਾ ਸੀ ਆਪਣੇ ਪੁੱਤਰ ਨੂੰ। ਬਿਲਕੁਲ ਕਿਸ ਤਰੀਕੇ ਦਾ ਉਸ ਸਮੇਂ ਉਹਨਾਂ ਨੇ ਉਹਨਾਂ ਸਾਰੀਆਂ ਰਿਸਟ੍ਰਿਕਸ਼ਨਸ ਵਿੱਚ ਆਪਣਾ ਬੱਚਾ ਪਾਲਿਆ ਜਿਹਨੂੰ ਲੁਕਾਇਆ ਨਹੀਂ। ਬਿਲਕੁਲ ਬਈ ਤੂੰ ਅਗਾਂਹ ਚੱਲ, ਬਹਾਦਰ ਬਣ, ਲੜ। ਔਰਤ ਹੀ ਸੀ ਨਾ। ਬਿਲਕੁਲ ਉਸ ਔਰਤ ਨੇ ਕੀ ਘੜਿਆ ਕਿ ਉਹ 9 ਵਰਿਆਂ ਦਾ ਬਾਲ, ਜੋ ਸ਼ਾਇਦ ਪਿਤਾ ਦਾ ਸਾਇਆ ਨਾ ਹੋਣ ਕਾਰਨ ਲੁਕਾ ਲਿਆ ਜਾਂਦਾ, ਦੁਸ਼ਮਣ ਚੁਫੇਰੇ ਸਨ, ਕੀ ਇਤਿਹਾਸ ਉਹਨਾਂ ਸਿਰਜਿਆ। ਮੇਰਾ ਖਿਆਲ ਹੈ ਸਾਡੇ ਸਾਹਮਣੇ ਹੈ। ਬਿਲਕੁਲ ਪਰ ਸਿਰਫ ਉੱਥੇ ਨਹੀਂ, ਦੇਖੋ 2 ਵਾਰ ਟੈਸਟਿੰਗ ਹੋਈ। 6 ਵਰਿਆਂ ਦਾ ਬਾਲ ਸਾਡੇ ਘਰਾਂ 'ਚ ਵੀ ਹੁੰਦਾ ਹੈ। ਉਸ 6 ਵਰਿਆਂ ਦੇ ਬਾਲ ਨੂੰ ਇਹ ਸਮਝਾ ਦੇਣਾ, ਜਿਹਨੂੰ ਮੌਤ ਦਾ ਅਜੇ ਭੈ ਉਹਨੂੰ ਸਮਝ ਵੀ ਨਹੀਂ, ਤੇ 9 ਵਰਿਆਂ ਦਾ ਤੇ ਡਰ ਵੀ ਜਾਂਦਾ ਵੀ ਮੇਰੇ ਅੱਗੇ ਤਲਵਾਰ ਲਹਿਰਾਈ ਜਾ ਰਹੀ ਹੈ। ਤੇ ਉੱਥੇ ਭੁੱਖੇ ਭਾਣੇ ਬੱਚੇ ਨੂੰ ਉਹ ਸਮਝਾ ਸਕਦੀ ਸੀ, ਭਾਈ ਅਣਖ ਨਹੀਂ ਛੱਡਣੀ। ਬਿਲਕੁਲ ਤੇਰਾ ਦੇਖਣਾ ਦਾਦਾ ਵੀ, ਤੇਰਾ ਪਿਓ ਵੀ, ਤੇ ਫਿਰ ਤੇਰਾ ਪੜਦਾਦਾ, ਤੇ ਅੱਗੋਂ ਚੱਲ ਸੋ ਚੱਲੇ ਪੁਸ਼ਤ ਦਾ ਸਾਰੇ ਦਾ ਸਾਰਾ ਭਾਰ ਤੇਰੇ ਸਿਰ ਤੇ ਹੈ। ਬਿਲਕੁਲ ਤੇ ਤੇਰੇ ਸਾਹਮਣੇ ਤੇਰੀ ਦਾਦੀ ਨਹੀਂ ਡੋਲ ਰਹੀ ਇਸ ਉਮਰ ਵਿੱਚ, ਸ਼ਾਬਾਸ਼ ਚੱਲ। ਇਹ ਕਹਿਣ ਦਾ ਢੰਗ ਉਹਨਾਂ ਬਜ਼ੁਰਗ ਹੱਡੀਆਂ ਦੇ ਵਿੱਚ ਵੀ ਸੀ ਕਿ ਉਹਨਾਂ ਨੇ ਉਹਨਾਂ ਬਾਲਾਂ ਕੋਲੋਂ ਕਰਵਾ ਦਿੱਤਾ ਜਿਹੜਾ ਸ਼ਾਇਦ ਅੱਜ ਤੱਕ ਵੀ ਨਾਮੁਮਕਿਨ ਜਾਪਦਾ। ਇਹ ਔਰਤ ਦੀ ਮੈਂ ਤਾਕਤ ਦਿਖਾਣਾ ਚਾਹੁੰਦੀ। ਬਿਲਕੁਲ ਇਹ ਔਰਤ ਜੇ ਨਿਰਵਸਤਰ ਹੋ ਕੇ ਸਮਝਦੀ ਹੈ ਕਿ ਮੇਰੀ ਤਾਕਤ ਇਹਦੇ ਨਾਲ ਬਣੀ, ਜਾਂ ਮੈਂ ਆਪਣੀ ਐਗਜ਼ਿਸਟੈਂਸ ਜਾਂ ਹੋਂਦ ਇਸ ਤਰੀਕੇ ਦਿਖਾ ਰਹੀ ਹਾਂ, ਤਾਂ ਗਲਤ ਹੈ। ਔਰਤ ਨੂੰ ਤਲਵਾਰ ਚੁੱਕਣ ਦੀ ਵੀ ਆਜ਼ਾਦੀ ਹੋਣੀ ਚਾਹੀਦੀ ਹੈ, ਕਲਮ ਚ ਰਾਹੀਂ ਵੀ ਲਿਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਪਰ ਜਦੋਂ ਕੋਈ ਭੰਡਣ ਲਈ ਉਹ ਵੀ ਗਲਤ ਤਰੀਕੇ ਅਗਾਂਹ ਆਉਂਦਾ, ਤਾਂ ਮੈਂ ਚਾਹੁੰਦੀ ਹਾਂ ਉੱਥੇ ਸਾਡੇ ਜਿਹੜੇ ਸੁਹਿਰਦ ਵੀਰ ਨੇ, ਸਾਡੇ ਸੁਹਿਰਦ ਪਿਓ ਨੇ, ਸਾਡੇ ਬੱਚੇ ਨੇ, ਉਹਨਾਂ ਨੂੰ ਅਗਾਂਹ ਆ ਕੇ, ਰਾਦਰ ਦੈਨ ਕਿ ਉਹ ਔਰਤ ਕਵੇ ਕਿ ਮੈਂ ਆਪਣੀ ਸਿਹਤ ਤੁਰਨਾ ਚਾਹੁੰਦੀ ਹਾਂ, ਨਵੇਂ ਦਿਸਾਦੇ ਤੈਅ ਕਰਨਾ ਚਾਹੁੰਦੀ ਹਾਂ, ਆਪਣੇ ਨਾਲ ਦੇ ਜਿਨਸ ਵਾਲਿਆਂ ਦੀ ਐਗਜ਼ਿਸਟੈਂਸ ਇੰਟਰਨੈਸ਼ਨਲ ਲੈਵਲ ਤੇ ਲਿਜਾਣਾ ਚਾਹੁੰਦੇ ਹਾਂ, ਕਿ ਅਸੀਂ, ਸਾਡੀ ਕੌਮ ਕੀ ਹੈ, ਦੇਖੋ ਸਾਡੀ ਕੌਮ ਦੀ ਇੱਕ ਬਿਲਕੁਲ ਨਕਾਰਾ ਤੋਂ ਨਕਾਰਾ ਔਰਤ ਵੀ ਖੜੀ ਹੋ ਜਾਵੇ ਤਾਂ ਇਸ ਤਰੀਕੇ ਸਾਹਮਣਾ ਕਰ ਸਕਦੀ ਹੈ। ਉਹਨੂੰ ਭੰਡਣ ਵਾਲੇ ਜਿਹੜੇ ਜਿਨ੍ਹਾਂ ਦੇ ਕੋਲ ਕੁਝ ਵੀ ਨਾ ਹੋਵੇ, ਆਪਣਾ ਸਿਰਫ ਇਹੀ ਹੋਏ ਕਿ ਦੂਜੇ ਨੂੰ ਮਿੱਝ ਕੇ ਉਤਾਂ ਚੜ੍ਹਨਾ, ਪੌੜੀ ਬਣਾ ਕੇ ਉਤਾਂ ਚੜ੍ਹਨਾ, ਜਦੋਂ ਇਹੋ ਜਿਹੇ ਲੋਕ ਸ਼ੁਰੂ ਹੁੰਦੇ ਨੇ ਉਦੋਂ ਆਪਣੀ ਚੁੱਪ ਤੋੜਨ, ਤਾਂ ਕਿ ਅਸੀਂ ਦਿਖਾਈਏ ਕਿ ਥੋੜੀ ਗਿਣਤੀ ਦੇ ਲੋਕ ਜੋ ਅਜੇ ਵੀ ਪੱਥਰ ਯੁੱਗ ਸਮੇਂ ਦੀ ਸੋਚ ਸੰਭਾਲੀ ਬੈਠੇ ਨੇ, ਉਹਨਾਂ ਨੂੰ ਇਹ ਸਾਰੇ ਚੰਗੇ ਲੋਕ ਅਗਾਂਹ ਆਉਣ ਜਿਹੜੇ ਔਰਤ ਨੂੰ, ਮਰਦ ਨੂੰ, ਦੋਨਾਂ ਨੂੰ ਸੇਧ ਦਿੰਦੇ ਹੋਣ। ਘਰਾਂ ਵਿਚਲੀਆਂ ਬੇਟੀਆਂ ਨੂੰ ਵੀ ਤੇ ਬੇਟਿਆਂ ਨੂੰ ਵੀ ਇਹੋ ਸੇਧ ਮਿਲੇ। ਮੈਂ ਸ਼ਾਇਦ ਵਿਗੜ ਜਾਂਦੀ ਜੇ ਮੇਰੇ ਉੱਤੇ ਵੀ ਇੰਨੀਆਂ ਰਿਸਟ੍ਰਿਕਸ਼ਨਸ ਹੁੰਦੀਆਂ, ਤੂੰ ਬਾਹਰ ਨਹੀਂ ਨਿਕਲਣਾ, ਤੂੰ ਇਹ ਨਹੀਂ ਕਰਨਾ। ਫਿਰ ਘਰ ਵਿੱਚ 5ਵਾਂ ਬੱਚਾ ਤੇ 4ਥੀ ਕੁੜੀ ਹੁੰਦਿਆਂ ਸ਼ਾਇਦ ਮੈਨੂੰ ਲਾਹਨਤਾਂ ਵੀ ਬਹੁਤ ਮਿਲਦੀਆਂ ਕਿ ਕਿਉਂ ਫਾਲਤੂ ਆ ਗਿਆ, ਜੋ ਕਿ ਬਹੁਤ ਸਾਰੇ ਸਾਡੇ ਰਿਸ਼ਤੇਦਾਰਾਂ, ਆਂਢੀਆਂ ਗੁਆਂਢੀਆਂ ਵੱਲੋਂ ਮਿਲੀਆਂ ਵੀ। ਪਰ ਮੇਰੇ ਘਰ ਵਿੱਚ ਵਿਤਕਰਾ ਨਹੀਂ ਸੀ। ਜੇ ਮੇਰਾ ਪਿਓ ਮੈਨੂੰ ਖੁੱਲ੍ਹ ਦੇ ਸਕਦਾ ਸੀ ਕਿ ਮੇਰੀ ਧੀ 1000 ਬੰਦੇ ਅੱਗੇ ਖੜ ਕੇ ਵੀ ਬੋਲੇ, 30,000 ਬੰਦੇ ਅੱਗੇ ਵੀ ਬੋਲੇ, ਤੇ ਲੱਖ ਬੰਦੇ ਅੱਗੇ ਵੀ ਬੋਲੇ, ਤਾਂ ਆਪਣੀ ਅੰਦਰਲੀ ਜੋ ਅੱਗ ਹੈ ਉਹਨੂੰ ਕੱਢ, ਇਹ ਰਸਤਾ ਹੈ ਇਸ ਪਾਸੇ ਕੱਢਣ ਦਾ। ਯਾਨੀ ਰਸਤਾ ਨਿਰਵਸਤਰ ਹੋ ਕੇ ਜਾਂ ਤਮਾਸ਼ਾ ਬਣ ਕੇ ਨਹੀਂ, ਤੁਸੀਂ ਨਵੇਂ ਰਾਹ ਲੱਭੋ ਤੇ ਉਹਦੇ ਤੇ ਤੁਰੋ। ਔਕੜਾਂ ਆਉਂਦੀਆਂ ਨੇ, ਸਪੀਡ ਬ੍ਰੇਕਰ ਨੇ ਬੱਲਿਆ, ਤੁਰੀ ਚੱਲੋ। ਇਹੋ ਜਿਹੀ ਸ਼ਾਬਾਸ਼ੀ ਜੇ ਘਰ ਵਿੱਚ ਹਰ ਧੀ ਨੂੰ ਮਿਲੇਗੀ, ਉਹਨੂੰ ਕਿਹਾ ਜਾਏਗਾ, ਸਮਝਾਇਆ ਜਾਏਗਾ ਕਿ ਬੱਲਿਆ ਤੂੰ ਯੋਗਦਾਨ ਮੁਲਕ ਦੀ ਤਰੱਕੀ ਚ ਪਾਉਣਾ, ਨਾ ਕਿ ਇਸ ਤਰੀਕੇ ਦੀ ਯਾਨੀ ਗਲਤ ਰਾਹ ਚ ਨਿੱਕੇ ਮੋਟੇ ਪਰਿਵਾਰਕ ਵਿਵਾਦਾਂ ਨੂੰ ਛੱਡ ਕੇ ਜਿਹੜਾ ਅੱਗੇ ਵਧਣਾ ਚਾਹੀਦਾ, ਤਾਂ ਕਿ ਮੈਂ ਸੱਸ ਢਾਣੀ ਹੈ ਜਾਂ ਮੈਂ ਨਨਾਣ ਢਾਣੀ ਹੈ ਜਾਂ ਮੈਂ ਇਸ ਪਾਸੇ, ਮੇਰੀ ਹੋਂਦ, ਮੇਰੀ ਐਗਜ਼ਿਸਟੈਂਸ ਇਹਦੇ ਨਾਲ ਹੀ ਹੋਣੀ ਹੈ ਕਿ ਮੈਂ ਕਿਸ ਤਰੀਕੇ ਪਾੜ ਪਾਈ। ਇਹ ਨਹੀਂ ਹੈ। ਕਿਸ ਤਰੀਕੇ ਜੋੜ ਬਣਾਇਆ, ਕਿਸ ਤਰੀਕੇ ਤੁਸੀਂ ਸਾਂਝ ਗੰਢੀ। ਕਿਉਂਕਿ ਜੇ ਸਾਡੇ ਸਮਾਜ ਨੇ ਕੁਛ ਵਿੱਚ ਇਹਦੇ ਮਾੜੀਆਂ ਗੱਲਾਂ ਨੇ,
ਤੇ ਇੱਕ ਬਹੁਤ ਖੂਬਸੂਰਤ ਗੱਲ ਹੈ ਕਿ ਸਿਰਫ ਇੱਕ ਔਰਤ ਨੂੰ ਦਿੱਤਾ ਗਿਆ ਇਹ ਰਾਹ ਕਿ ਤੁਸੀਂ ਦੋ ਯਾਨੀ ਇੱਕ ਵੱਖਰਾ ਕਿਸਮ ਦਾ ਟੱਬਰ, ਇੱਕ ਵੱਖਰਾ ਉਹਨਾਂ ਦੀ ਸਾਂਝ ਵੀ ਗੰਢ ਸਕਦੀ ਹੈ, ਫਿਰ ਉਹਦੇ ਵਿੱਚ ਇੱਕ ਖੂਬਸੂਰਤ ਸਿਰਜਣਾ ਕਰ ਸਕਦੀ ਹੈ। ਯਾਨੀ ਕੁਦਰਤ ਨੇ ਵੀ ਬੇਸ਼ਕੀਮਤੀ ਸੌਗਾਤ ਔਰਤ ਨੂੰ ਦਿੱਤੀ ਹੈ, ਕਿਉਂਕਿ ਮਾਂ ਬਣਨਾ ਇਸ ਤੋਂ ਵੱਡੀ ਸੌਗਾਤ ਨਹੀਂ ਹੋ ਸਕਦੀ। ਜੋ ਕਿੰਨਾ ਹੀ ਜ਼ੋਰ ਲਾ ਲਵੇ ਪਿਓ ਬਣ ਨਹੀਂ ਸਕਦਾ। ਬਿਲਕੁਲ। ਸੋ ਉਸ ਰੁਤਬੇ ਨੂੰ ਜੇ ਪਛਾਣ ਲਵੇ ਕਿ ਮੇਰੀ ਪਛਾਣ ਹੈ ਕਿ ਮੈਂ ਇੱਕ ਵਧੀਆ ਜਿਨਸ ਜੋ ਦੇਣੀ ਹੈ ਅੱਗੇ ਇਸ ਸਮਾਜ ਨੂੰ, ਉਹਨੂੰ ਉਸਾਰੂ ਸੋਚ ਨਾਲ ਭਰ ਦਿਆਂ ਜੀ, ਤਾਂ ਮੇਰਾ ਰੋਲ ਇੱਕ ਵਿਲੱਖਣ ਹੋ ਸਕਦਾ ਹੈ। ਸ਼ੁਕਰੀਆ। ਸੋ ਕੀ ਪੋਜ਼ਿਟਿਵਿਟੀ ਅਸੀਂ ਸਮਾਜ ਵਿੱਚ ਬਤੌਰ ਔਰਤ ਲਿਆ ਸਕਦੇ ਹਾਂ। ਇਹ ਸਾਡਾ ਰੋਲ ਇੱਕ ਔਰਤ ਦਾ ਹੋਣਾ ਚਾਹੀਦਾ, ਨਾ ਕਿ ਨੈਗੇਟਿਵਿਟੀ ਪਾ ਕੇ ਕਿ ਮੈਂ ਵੰਡੀਆਂ ਪਾ ਸਕਦੀ ਹਾਂ। ਕੋਈ ਵੀ ਪਾ ਸਕਦਾ, ਪਰ ਵਿਖਾਓ ਜੋੜ ਕਿਵੇਂ ਲਾ ਸਕਦੇ। ਬਿਲਕੁਲ, ਸ਼ੁਕਰੀਆ ਮੈਡਮ, ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਨਾਲ ਮੌਜੂਦ ਸਨ ਇੰਟਰਨੈਸ਼ਨਲ ਵੂਮਨ ਰਾਈਟ ਐਕਟਿਵਿਸਟ ਡਾਕਟਰ ਹਰਸ਼ਿੰਦਰ ਕੌਰ। ਤੁਸੀਂ ਦੇਖਿਆ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ, ਸਾਰੇ ਜਾਣਦੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਨਾਮ ਕਮਾਇਆ, ਕਿਸ ਤਰ੍ਹਾਂ ਇੱਥੇ ਤੱਕ ਪਹੁੰਚੇ। ਜ਼ਿੰਦਗੀ ਦੇ ਵਿੱਚ ਬੜੀਆਂ ਔਕੜਾਂ ਆਈਆਂ, ਮੈਡਮ ਨੂੰ ਵੀ ਬੜੇ ਵਿਵਾਦਾਂ ਦੇ ਵਿੱਚੋਂ ਨਿਕਲ ਕੇ ਇਹਨਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਹੁਣ ਤੱਕ ਰੁਸ਼ਨਾ ਕੇ ਰੱਖਿਆ ਹੋਇਆ। ਸੇਧ ਦਿੰਦੇ ਨੇ, ਇਤਿਹਾਸ ਨੂੰ ਪੜ੍ਹਨਾ ਚਾਹੀਦਾ। ਅੱਜ ਕੱਲ੍ਹ ਦੀਆਂ ਕੁੜੀਆਂ ਨੂੰ, ਔਰਤਾਂ ਨੂੰ ਜਿਹੜਾ ਉਹ ਪੜ੍ਹ ਲਿਖ ਕੇ ਹੀ ਜਿਹੜਾ ਤੁਸੀਂ ਉਹ ਸਮਾਜ ਦੇ ਵਿੱਚ ਅੱਗੇ ਵੱਧ ਸਕਦੇ ਹੋ। ਮੈਡਮ ਨੇ ਦੱਸਿਆ। ਤੁਸੀਂ ਸਾਡੇ ਲੋਕਰਨ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਆਪਣੇ ਵਿਚਾਰ ਜ਼ਰੂਰ ਕਮੈਂਟ ਕਰਕੇ ਰੱਖਿਓ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ। ਇਜਾਜ਼ਤ ਦਿਓ, ਧੰਨਵਾਦ।